ਕੰਟੀਨਿਊ ਕਰਦੇ ਹਾਂ ਜੀ। ਵਿਦ ਰੈਫਰੈਂਸ ਟੂ ਦਾ ਕਲਚਰ ਹਿਸਟਰੀ ਆਫ ਮਿਡਾਈਵਲ ਇੰਡੀਆ ਕੰਸੀਡਰ ਦਾ ਫੋਲੋਇੰਗ ਸਟੇਟਮੈਂਟਸ। ਦੇਖਦੇ ਹਾਂ ਜੀ। ਆਪਾਂ ਚੱਕਣਾ ਜੀ ਕਰੈਕਟ ਆਂਸਰ ਚੱਕਣਾ। ਸਿੱਧਾਸ ਜਾਂ ਸਿੱਤਰਸ ਆਫ ਤਮਿਲ ਰੀਜਨ were monotheistic and condemned idolatry mean ਆਈਡਲ ਦੀ ਪੂਜਾ ਨਹੀਂ ਕਰਨੀ, ਮੂਰਤੀ ਪੂਜਾ ਨਹੀਂ ਕਰਨੀ। ਇਹ ਥੋੜਾ ਆਪਾਂ ਦੇਖ ਲਈਏ ਕਿ ਸਿੱਧ ਨਾਥ ਜੋਗੀ ਸਿੱਧ ਇਹਨਾਂ 'ਚ ਮੇਨ ਫਰਕ ਆ ਕਿ ਜਿਹੜੇ ਸਿੱਧ ਹੁੰਦੇ ਨਾ ਉਹਨਾਂ ਨੇ ਜਿੱਦਾਂ ਰਿੱਧੀਆਂ ਸਿੱਧੀਆਂ ਪ੍ਰਾਪਤ ਕਰ ਲਈਆਂ ਹੁੰਦੀਆਂ, ਇਹਨਾਂ ਕੋਲ ਸ਼ਕਤੀਆਂ ਹੁੰਦੀਆਂ। ਮੰਨਿਆ ਜਾਂਦਾ ਕਿ ਜਿਨ੍ਹਾਂ ਨੇ ਰਿੱਧੀਆਂ ਸਿੱਧੀਆਂ ਪ੍ਰਾਪਤ ਕੀਤੀਆਂ ਆ ਉਹਨਾਂ ਨੂੰ ਕਹਿੰਦੇ ਸਿੱਧ। ਤੇ ਇਹ ਮੋਨੋਥੀਸਟਿਕ ਸਹੀ ਗੱਲ ਆ ਜੀ। ਤੇ ਮੂਰਤੀ ਪੂਜਾ ਦਾ ਵਿਰੋਧ ਕਰਦੇ ਸੀ। ਮੋਨੋਥੀਸਟਿਕ ਹੁੰਦਾ ਕਿ ਬਹੁਤ ਜ਼ਿਆਦਾ ਕੋਈ ਭਗਵਾਨਾਂ ਦੀ ਪੂਜਾ ਨਹੀਂ ਕਰਨੀ, ਇੱਕ ਮੇਨ ਭਗਵਾਨ ਨੂੰ ਮੰਨਣਾ। ਤੇ ਇਹ ਥੋੜ੍ਹਾ ਆਪਾਂ ਹਿਸਟਰੀ ਥੋੜ੍ਹਾ ਦੇਖ ਲਈਏ ਕਿ ਨਾਥ ਜੋਗੀ ਸਿੱਧ ਇਹਨਾਂ ਨੇ ਸਿਸਟਮ ਦੇ ਵਿੱਚ ਆ ਚੁੱਕੀਆਂ ਕੁਰੀਤੀਆਂ ਦਾ ਵਿਰੋਧ ਕੀਤਾ। ਤੇ ਇਹ ਵੀ ਨਹੀਂ ਕਿ ਇਹ ਸਾਰੇ ਕੋਈ ਬ੍ਰਾਹਮਣ ਖਾਨਦਾਨ 'ਚੋਂ ਸਹੀ, ਇਹ ਵੀ ਅਲੱਗ-ਅਲੱਗ ਜਾਤੀਆਂ ਵਿੱਚੋਂ ਹੋਏ ਆ ਨਾਥ ਜੋਗੀ ਸਿੱਧ ਵਗੈਰਾ। ਤੇ ਇਹਨਾਂ ਨੇ ਸਿਸਟਮ ਦੀ ਕੁਰੀਤੀਆਂ ਦਾ ਵਿਰੋਧ ਕੀਤਾ। ਉਸ ਅਲਖ ਨਿਰੰਜਨ ਭਗਵਾਨ ਨੂੰ ਮੰਨਣ ਲਈ ਇਹਨਾਂ ਨੇ ਕਿਹਾ ਮੋਨੋਥੀਸਟਿਕ ਮਤਲਬ ਇੱਕ ਭਗਵਾਨ। ਠੀਕ ਹੈ ਜੀ। ਜਿਸ ਤਰ੍ਹਾਂ ਨਾਥ ਹੋ ਗਏ, ਨਾਥ ਕਿਹਨੂੰ ਮੰਨਦੇ ਸੀ? ਆਪਣੇ ਇੱਕ ਨਾਥ ਨੂੰ, ਭਗਵਾਨ ਨੂੰ, ਸ਼ਿਵ ਜੀ ਭਗਵਾਨ ਨੂੰ। ਸਿੱਧ ਤੇ ਨਾਥ ਵਿੱਚ ਇਹ ਫਰਕ ਆ ਕਿ ਸਿੱਧ ਕੀ ਆ, ਰਿੱਧੀਆਂ ਸਿੱਧੀਆਂ ਦੇ ਮਾਲਕ ਹੁੰਦੇ ਸਨ। ਤੰਤਰ ਮੰਤਰ ਇਹ ਇਹਨਾਂ ਦੇ ਹੁੰਦਾ ਸੀ। ਪਰ ਅਦਰਵਾਈਜ਼ ਇਹ ਵੀ ਮੋਨੋਥੀਸਟਿਕ ਤੇ ਕੰਡੈਮਡ ਆਈਡਲਟਰੀ ਮੂਰਤੀ ਪੂਜਾ ਨੂੰ ਇਹਨਾਂ ਨੇ ਵਿਰੋਧ ਕੀਤਾ। ਅਲਖ ਨਿਰੰਜਨ ਕਹਿੰਦੇ ਆਪਾਂ ਤੇ ਆਈਏ। ਇਸ ਤਰ੍ਹਾਂ ਦੀ ਗੱਲਾਂ ਸੀਗੀਆਂ। ਤੁਹਾਨੂੰ ਨਹੀਂ ਵੀ ਪਤਾ ਤੇ ਥੋੜ੍ਹਾ ਬਹੁਤ ਵੀ ਆਈਡੀਆ ਹੈ ਤਾਂ ਹਾਂ ਇਸ ਤਰ੍ਹਾਂ ਦੀ ਗੱਲਾਂ ਸੀਗੀਆਂ। ਲਾ ਦਿਓ ਜੀ। ਲਿੰਗਾਇਤਸ ਆਫ ਕੰਨੜ ਰੀਜਨ ਕੁਐਸਚਨ ਦਾ ਥਿਊਰੀ ਆਫ ਰੀਬਰਥ ਐਂਡ ਰਿਜੈਕਟਡ ਦਾ ਕਾਸਟ ਹਾਇਰਾਰਕੀ। ਲਿੰਗਾਇਤ ਦੀ ਗੱਲ ਹੋਈ ਜੀ। ਇਹ ਨਾ ਲਿੰਗ ਦੀ ਪੂਜਾ ਕਰਦੇ ਸੀ, ਲਿੰਗ ਨੂੰ ਰਿਸਪੈਕਟ ਦਿੰਦੇ ਸੀਗੇ। ਇੱਕ ਪੱਥਰ ਦਾ ਛੋਟਾ ਜਿਹਾ ਨਾ ਟੁਕੜੇ ਨੂੰ ਲਿੰਗ ਮੰਨ ਕੇ ਉਹਨੂੰ ਜਾਂ ਤਾਂ ਬਾਹਾਂ 'ਤੇ ਬੰਨ੍ਹ ਲੈਂਦੇ ਸੀ ਜਾਂ ਗਲੇ 'ਚ ਪਾ ਲੈਂਦੇ ਸੀਗੇ। ਇਹ ਕਾਫੀ ਇਹ ਵੀ ਪ੍ਰਚਲਿਤ ਆ ਸੈਕਟ ਆ ਜੀ ਕੰਨੜ ਰੀਜਨ ਵਿੱਚ। ਤੇ ਕਹਿੰਦੇ ਕਿ ਇਹਨਾਂ ਨੇ ਜਾਤ ਪਾਤ ਨੂੰ ਰਿਜੈਕਟ ਕੀਤਾ। ਸਹੀ ਗੱਲ ਆ। ਇਹਨਾਂ ਨੇ ਥਿਊਰੀ ਆਫ ਰੀਬਰਥ ਨੂੰ ਰਿਜੈਕਟ ਕੀਤਾ। ਇਹ ਵੀ ਗੱਲ ਸਹੀ ਆ। ਇਹ ਕਹਿੰਦੇ ਕਿ ਦੇਖੋ ਅਸੀਂ ਨਾ ਜਨਮ ਮਰਨ ਦੇ ਚੱਕਰ 'ਚ ਨਹੀਂ ਪੈਂਦੇ ਤਾਂ ਸਿੱਧਾ ਕੀ ਆ ਇਹ ਆਪਣਾ ਜੋ ਵੀ ਇਹਨਾਂ ਦਾ ਹੈ ਲਿਬਰੇਸ਼ਨ ਉਹਨੂੰ ਪ੍ਰਾਪਤ ਕਰਦੇ ਆ। ਪੜ੍ਹਦੇ ਹਾਂ ਜੀ। ਇਹ ਆਨਸਰ ਦੋਨੋਂ ਸਹੀ ਆ, ਦੋਨੋਂ ਸਹੀ ਆ ਜੀ, ਬਹੁਤ ਟਰੂ। ਇੱਥੋਂ ਹੀ ਘੁਮਾ ਫਿਰਾ ਕੇ ਪ੍ਰਸ਼ਨ ਫਿਰ ਆ ਜਾਣੇ ਆ। ਅੱਗੇ ਦੇਖਦੇ ਹਾਂ ਜੀ। ਦੇਖੋ ਲਿੰਗਾਇਤਾਂ ਦਾ ਮੰਨਣਾ ਸੀ ਕਿ ਮੌਤ ਹੋਣ 'ਤੇ ਸ਼ਰਧਾਲੂ ਸ਼ਿਵ ਨਾਲ ਮਿਲ ਜਾਵੇਗਾ, ਆਪਣੇ ਭਗਵਾਨ ਨਾਲ ਮਿਲ ਜਾਵੇਗਾ ਅਤੇ ਇਸ ਸੰਸਾਰ ਵਿੱਚ ਵਾਪਸ ਨਹੀਂ ਆਵੇਗਾ। ਇਸ ਲਈ ਉਹ ਲਾਸ਼ ਦਾ ਸੰਸਕਾਰ ਕਰਨ ਦੀ ਬਜਾਏ ਰਸਮੀ ਤੌਰ 'ਤੇ ਆਪਣੇ ਮ੍ਰਿਤਕਾਂ ਨੂੰ ਦਫਨਾਉਂਦੇ ਸਨ। ਆਹ ਵੀ ਇੰਪੋਰਟੈਂਟ ਪੁਆਇੰਟ ਹੋ ਗਿਆ ਕਿ ਉਹ ਜਲਾਉਂਦੇ ਸੀ, ਸੰਸਕਾਰ ਕਰਦੇ ਸੀ? ਨਹੀਂ, ਉਹ ਦਫਨਾਉਂਦੇ ਸੀ। ਕਹਿੰਦੇ ਵੀ ਸਾਡਾ ਕਿਹਦਾ ਮਿਲਾਪ ਹੋਣਾ? ਆਪਣੇ ਸ਼ਿਵ ਨਾਲ। ਉਹਨਾਂ ਨੇ ਜਾਤ ਪ੍ਰਣਾਲੀ ਦੀ ਆਲੋਚਨਾ ਕੀਤੀ ਅਤੇ ਪੁਨਰ ਜਨਮ ਦੇ ਸਿਧਾਂਤ ਵਿੱਚ ਵਿਸ਼ਵਾਸ ਉੱਤੇ ਸਵਾਲ ਉਠਾਏ। ਕਹਿੰਦੇ ਪੁਨਰ ਜਨਮ ਨਹੀਂ। ਲਿੰਗਾਇਤਾਂ ਦੁਆਰਾ ਕੁਝ ਪ੍ਰਥਾਵਾਂ ਨੂੰ ਉਤਸ਼ਾਹਿਤ ਕੀਤਾ ਗਿਆ, ਜਿਵੇਂ ਕਿ ਜਵਾਨੀ ਤੋਂ ਬਾਅਦ ਦੇ ਵਿਆਹ ਕਰਾਓ ਪੂਰੀ ਤਰ੍ਹਾਂ ਵੱਡੇ ਹੋ ਕੇ, ਜਵਾਨ ਹੋ ਕੇ, ਮਤਲਬ ਬਾਲ ਵਿਵਾਹ ਦੇ ਖਿਲਾਫ ਸੀ ਇਹ। ਅਤੇ ਵਿਧਵਾ ਪੁਨਰ ਵਿਆਹ, ਜੇ ਕਿਸੇ ਔਰਤ ਦਾ ਹਸਬੈਂਡ ਮਰ ਜਾਂਦਾ ਤਾਂ ਫਿਰ ਦੁਬਾਰਾ ਉਹਦਾ ਵਿਆਹ ਕਰ ਦੇਣਾ ਚਾਹੀਦਾ ਆ। ਇਹ ਕੀ ਹੈ? ਇਹ ਕੁਛ ਰਿਫਾਰਮਸ ਉਹ ਲੈ ਕੇ ਆਏ। ਅੱਗੇ ਦੇਖੋ। ਰਿਗਾਰਡਿੰਗ ਦਾ ਟੈਕਸੇਸ਼ਨ ਸਿਸਟਮ ਆਫ ਕ੍ਰਿਸ਼ਨ ਦੇਵ ਰਾਇਆ। ਕ੍ਰਿਸ਼ਨ ਦੇਵ ਰਾਇਆ ਕੌਣ? ਵਿਜੇਨਗਰ ਅੰਪਾਇਰ ਦਾ ਕਿੰਗ। ਉਹਦੇ ਟੈਕਸ ਸਿਸਟਮ ਕਿਸ ਤਰ੍ਹਾਂ ਦੇ ਸੀ? ਦਾ ਰੂਲਰ ਆਫ ਵਿਜੇਨਗਰ ਕੰਸੀਡਰ ਦਾ ਫੋਲੋਇੰਗ ਸਟੇਟਮੈਂਟਸ ਆ ਜੀ। ਆਪਾਂ ਸਟੇਟਮੈਂਟ ਕਿਹੜੀ ਚੱਕਣੀ ਆ? ਸਹੀ। ਠੀਕ ਹੈ ਜੀ। ਦਾ ਟੈਕਸ ਰੇਟ ਔਨ ਲੈਂਡ ਵਾਜ਼ ਫਿਕਸਡ ਡਿਪੈਂਡਿੰਗ ਔਨ ਦਾ ਕੁਆਲਿਟੀ ਆਫ ਦਾ ਲੈਂਡ ਦੀ ਕੁਆਲਿਟੀ ਦੇ ਹਿਸਾਬ ਨਾਲ ਟੈਕਸ ਰੇਟ ਫਿਕਸ ਕੀਤਾ ਜਾਂਦਾ ਸੀ। ਇਹ ਗੱਲ ਹੈ, ਅਸੀਂ ਪੜ੍ਹੀ ਆ। ਸਹੀ ਹੈ ਜੀ। ਪ੍ਰਾਈਵੇਟ ਓਨਰਸ ਆਫ ਵਰਕਸ਼ਾਪਸ ਪੇਡ ਐਨ ਇੰਡਸਟਰੀ ਟੈਕਸ। ਵਰਕਸ਼ਾਪਾਂ ਦੇ ਓਨਰ ਉਹਨਾਂ ਨੂੰ ਵੀ ਇੱਕ ਟੈਕਸ ਪੇ ਕਰਨਾ ਪੈਂਦਾ ਸੀ, ਇੰਡਸਟਰੀ ਟੈਕਸ। ਸਹੀ ਹੈ ਜੀ। ਇਹ ਵੀ ਪੁਆਇੰਟ ਸਹੀ ਆ, ਦੋਨੋਂ ਪੁਆਇੰਟ ਸਹੀ ਆ। ਆਨਸਰ ਹੈ ਜੀ ਸੀ। ਕ੍ਰਿਸ਼ਨ ਦੇਵ ਰਾਇਆ ਦੇ ਰਾਜ ਵਿੱਚ ਜ਼ਮੀਨੀ ਮਾਲੀਆ ਸਰਕਾਰ ਦੀ ਆਮਦਨ ਦਾ ਮੁੱਖ ਸਰੋਤ ਸੀ। ਮੇਨ ਸੋਰਸ ਆਫ ਇਨਕਮ ਕੀ ਸੀ? ਐਗਰੀਕਲਚਰ ਟੈਕਸ, ਲੈਂਡ ਰੈਵਨਿਊ। ਸਹੀ ਆਮਦਨ ਦਾ ਮੁਲਾਂਕਣ ਕਰਨ ਲਈ ਸਾਰੀ ਜ਼ਮੀਨ ਨੂੰ 4 ਹਿੱਸਿਆਂ ਵਿੱਚ ਵੰਡਿਆ ਗਿਆ ਸੀ। ਗਿੱਲੀ ਜ਼ਮੀਨ, ਸੁੱਕੀ ਜ਼ਮੀਨ, ਆਰਕਡਸ, ਬਾਗ ਵਗੈਰਾ ਅਤੇ ਜੰਗਲ। ਸਰਕਾਰ ਨੇ ਚਰਾਉਣ ਟੈਕਸ
ਕਸਟਮ ਡਿਊਟੀ, ਬਾਗਬਾਨੀ ਤੇ ਟੈਕਸ ਅਤੇ ਵੱਖ-ਵੱਖ ਵਸਤੂਆਂ ਦੇ ਨਿਰਮਾਣ ਤੇ ਉਦਯੋਗ ਟੈਕਸ ਵਰਗੇ ਹੋਰ ਟੈਕਸ ਵੀ ਲਗਾਏ ਹੋਏ ਸਨ। ਇਹ ਵੀ ਗੱਲ ਸਹੀ ਹੈ ਜੀ, ਹੋਰ ਟੈਕਸ ਵੀ ਸੀਗੇ। ਵਿਜੇਨਗਰ ਦੀ ਅਦਾਲਤ ਵਿੱਚ ਫਾਰਸੀ ਰਾਜਦੂਤ, ਸਿੰਪਲ ਕਹਿ ਦਈਏ ਅਦਾਲਤ ਨਹੀਂ, ਕੋਰਟ ਆ ਜੀ, ਕੋਰਟ, ਉਹਨਾਂ ਦੇ ਆਪਣਾ ਜਿਹੜਾ ਹੁੰਦਾ ਨਹੀਂ ਦਰਬਾਰ, ਉਸ ਦਰਬਾਰ ਵਿੱਚ ਇੱਕ ਫਾਰਸੀ ਰਾਜਦੂਤ ਅਬਦੁਰ ਰਜ਼ਾਕਿਨ ਦੁਆਰਾ ਅਬਦੁਰ ਰਜ਼ਾਕ ਆ ਬੇਸਿਕਲੀ, ਅਬਦੁਲ ਰਜ਼ਾਕ ਦੁਆਰਾ ਲਿਖੇ ਸਫ਼ਰਨਾਮੇ ਤੋਂ ਅਸੀਂ ਦੋਵੇਂ ਕਥਨ ਸਹੀ ਪਾਏ ਹਨ। ਇਹ ਸਾਰੀ ਜਾਣਕਾਰੀ ਕਿਹਨੇ ਲਿਖੀ ਹੈ ਜੀ? ਅਬਦੁਲ ਰਜ਼ਾਕ। ਇਹ ਫਾਰਸੀ ਰਾਜਦੂਤ ਸੀ ਵਿਜੇਨਗਰ ਅੰਪਾਇਰ ਵਿੱਚ। ਜੇ ਨਹੀਂ ਵੀ ਪੜ੍ਹਿਆ ਤੁਸੀਂ ਕਾਮਨ ਸੈਂਸ ਨਾਲ ਦੇਖੋਗੇ ਵੀ ਯਾਰ ਵੀ ਕਈ ਕਿ ਸਿਰਫ ਐਗਰੀਕਲਚਰ ਟੈਕਸ ਹੋਏਗਾ, ਨਹੀਂ, ਬਾਕੀਆਂ ਜੋ ਇੰਡਸਟਰੀਜ਼ ਵਗੈਰਾ ਹੈ ਉਹਨਾਂ ਉੱਤੇ ਵੀ ਕੋਈ ਨਾ ਕੋਈ ਟੈਕਸ ਹੋਏਗਾ। ਤਾਂ ਕਾਮਨ ਸੈਂਸ ਨਾਲ ਵੀ ਤੁਸੀਂ ਇਹਨੂੰ ਟਿਕ ਕਰ ਦੋਗੇ। ਅੱਗੇ ਦੇਖੋ ਜੀ, with reference to the cultural history of India, consider the following statements। ਕੀ ਸਟੇਟਮੈਂਟ ਹੈ ਜੀ? White marble was used in making ਬੁਲੰਦ ਦਰਵਾਜ਼ਾ and ਖਾਨਖਾਂ at ਫਤਿਹਪੁਰ ਸੀਕਰੀ। ਫਤਿਹਪੁਰ ਸੀਕਰੀ ਅਸੀਂ ਪੜ੍ਹਿਆ ਕਿ ਲਾਲ ਰੰਗ ਦਾ ਆ, ਤੁਸੀਂ ਦੇਖਿਆ ਹੋਏਗਾ ਫੋਟੋ ਜੇ, ਆਹ ਦੇਖੋ ਲਾਲ ਰੰਗ ਦਾ ਆ ਫਤਿਹਪੁਰ ਸੀਕਰੀ ਦੇ ਵਿੱਚ ਜਿਹੜੀ ਕੰਸਟਰਕਸ਼ਨਸ ਆ, ਤੇ ਵਿੱਚ ਚਿੱਟਾ ਮਾਰਬਲ ਹੈ ਪਰ ਮੇਨਲੀ ਇਹ ਰੈੱਡ ਸੈਂਡਸਟੋਨ ਦਾ ਆ। ਇਹਦਾ ਮਤਲਬ ਇਹ ਬੁਲੰਦ ਦਰਵਾਜ਼ਾ ਸੀ ਜੀ, ਬੁਲੰਦ ਦਰਵਾਜ਼ਾ। ਇਸ ਕਰਕੇ ਤੁਸੀਂ ਇਹ ਸਟੇਟਮੈਂਟ ਕਰੋ ਗਲਤ। ਰੈੱਡ ਸੈਂਡਸਟੋਨ ਐਂਡ ਮਾਰਬਲ ਪਰ ਯੂਜ਼ਡ ਇਨ ਮੇਕਿੰਗ ਇਲਾਰਾ ਇਮਾਮਬਾੜਾ ਐਂਡ ਰੂਮੀ ਦਰਵਾਜ਼ਾ ਐਟ ਲਖਨਊ। ਦੇਖੋ ਇਹ ਜਿਹੜੀ ਇਮਾਮਬਾੜਾ ਤੇ ਰੂਮੀ ਦਰਵਾਜ਼ਾ ਜਿਹੜੀ ਲਖਨਊ ਦੀ ਕੰਸਟਰਕਸ਼ਨ ਹਨ ਉਹ ਲੋਕਲ ਮਟੀਰੀਅਲ ਤੋਂ ਹੋਈ ਆ। ਉਹਦੇ ਲਈ ਕੋਈ ਵੱਡੇ ਮਹਿੰਗੇ ਪੱਥਰ, ਰੈੱਡ ਸੈਂਡਸਟੋਨ, ਮਾਰਬਲ ਵਗੈਰਾ ਯੂਜ਼ ਨਹੀਂ ਹੋਏ। ਲੋਕਲ ਜੋ ਮਿਲਿਆ ਸੀ ਉਹਨਾਂ ਨੂੰ ਮਟੀਰੀਅਲ ਉਹਦੇ ਉੱਤੇ ਬੇਸ ਹੋਈ ਸੀ। ਤਾਂ ਇਹ ਵੀ ਨਾ ਉਹਨਾਂ ਨੇ ਥੋੜ੍ਹਾ ਘੁਮਾਤਾ ਆ, ਰੈੱਡ ਸੈਂਡਸਟੋਨ ਇੱਥੇ ਆਉਣਾ ਚਾਹੀਦਾ ਸੀਗਾ ਪਹਿਲੇ ਵਾਲੇ ਤੇ, ਠੀਕ ਹੈ। ਇਸ ਲਈ ਆਪਾਂ ਕਰੈਕਟ ਲੱਭਣਾ ਆ, ਦੋਨੋਂ ਸਟੇਟਮੈਂਟਾਂ ਕੀ ਆ ਗਲਤ ਆ, ਆਨਸਰ ਹੈ ਜੀ ਡੀ। ਬੁਲੰਦ ਦਰਵਾਜ਼ਾ ਲਾਲ ਅਤੇ ਪੀਲੇ ਪੱਥਰਾਂ ਵਿੱਚ ਬਣਾਇਆ ਗਿਆ ਹੈ, ਜਿਸ ਵਿੱਚ ਆਰਕ, ਜਿਹੜੀ ਆਰਕ ਆ ਨਾ ਉਸ ਵਿੱਚ ਚਿੱਟਾ ਸੰਗਮਰਮਰ ਵੀ ਹੈ। ਆਹ ਦੇਖੋ ਇਹਨੂੰ ਕਹਿੰਦੇ ਆਰਕ, ਆਹ ਜਿਹੜੀ ਆਰਕ ਆ ਨਾ ਇਹਨੂੰ ਆਰਕ ਕਹਿੰਦੇ ਆ, ਇਹਦੇ ਵਿੱਚ ਚਿੱਟਾ ਸੰਗਮਰਮਰ ਵੀ ਹੈ। ਰੂਮੀ ਦਰਵਾਜ਼ਾ, ਬੜਾ ਇਮਾਮਬਾੜਾ, ਛੱਤਰ ਮੰਜ਼ਲ, ਇਹ ਸਮਾਰਕ ਉਹ ਹਨ ਜੋ ਸੰਰਚਨਾਤਮਕ ਤਾਕਤ ਦੇ ਪੱਖੋਂ ਕਮਜ਼ੋਰ ਹਨ। ਕੋਈ ਇਹਨਾਂ ਵਿੱਚ ਜ਼ਿਆਦਾ ਕੋਈ ਕਲਾਕ੍ਰਿਤੀਆਂ ਬਹੁਤੀਆਂ ਜ਼ਿਆਦਾ ਨਹੀਂ ਹੈ, ਸੰਰਚਨਾਤਮਕ ਪੱਖੋਂ ਕੀ ਹੈ ਕਮਜ਼ੋਰ ਹਨ। ਕਿਉਂਕਿ ਮੈਂ ਕਿਹੜਾ ਮਟੀਰੀਅਲ ਯੂਜ਼ ਕੀਤਾ, ਇਹ ਕੋਈ ਬਹੁਤਾ ਜ਼ਿਆਦਾ ਮਹਿੰਗਾ ਮਟੀਰੀਅਲ ਜਾਂ ਵਧੀਆ ਯੂਜ਼ ਨਹੀਂ ਕੀਤਾ, ਕਿਉਂਕਿ ਲਖਨਊ ਵਿੱਚ ਜ਼ਿਆਦਾਤਰ ਸਮਾਰਕਾਂ ਨੂੰ ਬਣਾਉਣ ਲਈ ਵਰਤੀ ਜਾਣ ਵਾਲੀ ਆਮ ਸਮੱਗਰੀ ਇੱਟ ਅਤੇ ਪਲਾਸਟਰ ਉਹਨੂੰ ਯੂਜ਼ ਕਰਕੇ ਹੀ ਇਹ ਬਣਾ ਦਿੱਤੀਆਂ ਗਈਆਂ ਸਨ, ਠੀਕ ਹੈ ਜੀ। ਆਹ ਦੇਖ ਲਓ ਬੁਲੰਦ ਦਰਵਾਜ਼ਾ ਫਤਿਹਪੁਰ ਸੀਕਰੀ। ਅਗਲਾ ਦੇਖੋ ਜੀ, ਦ ਵੈਲ ਨੋਨ ਪੇਂਟਿੰਗ ਬਾਨੀ ਥਾਨੀ। ਬਾਨੀ ਥਾਨੀ ਬੜੀ ਵੈਲ ਨੋਨ ਪੇਂਟਿੰਗ ਆ, ਇਹ ਰਾਜਸਥਾਨ ਵਿੱਚ ਬਹੁਤ ਮਸ਼ਹੂਰ ਆ ਬਾਨੀ ਥਾਨੀ। ਬਿਲੋਂਗਸ ਟੂ, ਇਹ ਕਿਹੜੇ ਸਕੂਲ ਨੂੰ ਬਿਲੋਂਗ ਕਰਦੀ ਆ? ਇਹ ਹੈ ਜੀ ਕਿਸ਼ਨਗੜ੍ਹ ਸਕੂਲ। ਕੁਐਸਚਨ ਆਸਾਨ ਸੀ ਤਾਂ ਆਨਸਰ ਵੀ ਡੀ ਵਿੱਚ ਸਮਿਟਿਆ ਉਹਨਾਂ ਨੇ। ਬਾਨੀ ਥਾਨੀ ਥੋੜ੍ਹਾ ਦੇਖ ਲਈਏ ਜੀ, ਆਹ ਹੁੰਦੀ ਜੀ ਬਾਨੀ ਥਾਨੀ, ਇੱਕ ਔਰਤ ਦਾ ਨਾਂ ਆ ਬਾਨੀ ਥਾਨੀ, ਉਹਦੀ ਪੇਂਟਿੰਗ ਆ ਇਹ। ਉਹਦੀ ਪੇਂਟਿੰਗ ਆ ਤੁਸੀਂ ਦੇਖੋ ਜਰਾ, ਨੱਕ ਸ਼ਾਰਪ ਆ, ਤਿੱਖਾ, ਅੱਖਾਂ ਵੀ ਕਿੱਦਾਂ ਐਲੋਂਗੇਟਡ ਆ, ਲੰਬੀਆਂ ਜਿਹੀਆਂ ਨਾ ਪਿੱਛੇ ਨੂੰ, ਠੀਕ। ਜਿਸ ਤਰ੍ਹਾਂ ਕਿਸੇ ਨੇ ਇੱਦਾਂ ਬਰਸ਼ ਚਲਾਇਆ ਸਿੱਧਾ ਇੱਥੇ ਐ ਨੂੰ, ਫਿਰ ਐ ਨੂੰ, ਫਿਰ ਐ ਨੂੰ, ਐ ਨੂੰ, ਐ ਨੂੰ, ਤਿੱਖੇ ਨੈਣ ਨਕਸ਼ ਜਿਹੇ ਬਣਾਏ ਆ। ਬਾਨੀ ਥਾਨੀ ਵਾਜ਼ ਏ ਸਿੰਗਰ, ਬੇਸਿਕਲੀ ਸਿੰਗਰ ਸੀ, ਪੋਇਟ ਸੀ ਇਨ ਕਿਸ਼ਨਗੜ੍ਹ ਇਨ ਦਾ ਟਾਈਮ ਆਫ ਰਾਜਾ ਸਾਵੰਤ ਸਿੰਘ, ਠੀਕ ਹੈ ਜੀ। ਹੂਜ਼ ਮਿਸਟਰਸ ਸ਼ੀ ਬਿਕੇਮ, ਰਾਜਾ ਸਾਵੰਤ ਸਿੰਘ ਦੇ ਸਮੇਂ ਦੌਰਾਨ ਕਿਸ਼ਨਗੜ੍ਹ ਵਿੱਚ ਇਹ ਇੱਕ ਸਿੰਗਰ ਤੇ ਪੋਇਟ ਸੀ, ਬਾਅਦ ਵਿੱਚ ਇਹਦੀ ਰਾਣੀ ਬਣ ਗਈ। ਆਫਟਰ ਹੀ ਐਬਡੀਕੇਟਡ ਦਾ ਥਰੋਨ ਦਾ ਕਪਲ ਰਿਟਾਇਰ ਟੂ ਏ ਕੰਫਰਟੇਬਲ ਲਾਈਫ ਇਨ ਬ੍ਰਿੰਦਾਵਨ। ਬਾਅਦ ਵਿੱਚ ਇਹ ਕੀ ਆ, ਰਾਜੇ ਨੇ ਆਪਣਾ ਤਖਤ ਛੱਡਤਾ ਤੇ ਦੋਨੋਂ ਕੀ ਆ ਇਹ ਬ੍ਰਿੰਦਾਵਨ ਚਲੇ ਗਏ। ਇਹ ਪਲੇਸ ਐਸੋਸੀਏਟਡ ਵਿਦ ਦਾ ਲਾਈਫ ਆਫ ਕ੍ਰਿਸ਼ਨਾ ਐਂਡ ਰਾਧਾ, ਠੀਕ ਹੈ ਜੀ। ਬ੍ਰਿੰਦਾਵਨ ਤੁਹਾਨੂੰ ਪਤਾ ਕ੍ਰਿਸ਼ਨ ਤੇ ਰਾਧਾ ਦੇ ਪ੍ਰੇਮ ਪਿਆਰ ਨਾਲ ਸੰਬੰਧਿਤ ਜਗ੍ਹਾ ਆ। ਟੂ whom ਸਾਵੰਤ ਸਿੰਘ ਵਾਜ਼ ਗ੍ਰੇਟਲੀ ਡਿਵੋਟਡ। ਬਾਨੀ ਥਾਨੀ, ਸਾਵੰਤ ਸਿੰਘ, ਕ੍ਰਿਸ਼ਨ ਰਾਧਾ। ਸਾਵੰਤ ਸਿੰਘ ਕਿਹਨਾਂ ਦੀ ਪੂਜਾ ਕਰਦਾ ਸੀ? ਕ੍ਰਿਸ਼ਨ ਰਾਧਾ ਦੀ। A group of Indian paintings of around 1750 attributed to ਨਿਹਾਲ ਚੰਦ, ਕਿਹਨੇ ਬਣਾਇਆ ਜੀ? ਨਿਹਾਲ ਚੰਦ ਨੇ। From the Marwar school of Kishangarh show Radha Krishna using the same models
who are assumed to be Sawan Singh and Bani Thani। ये थोड़ी ਇਹਦੀ हिस्ट्री है जी, पढ़ लो तुसी। Bani Thani is depicted with elegant and graceful features, rather stylized, including arched eyebrows, lotus-like elongated eyes and pointed chin। देखो आ chin थोड़ी की आ pointed आ, ठीक, ते elongated eyes आ आई भी की आ, अखा भी की आ लंबियां लंबियां बनाइयां, ते eyebrow भी पूरा की आ पूरा आर्क वांगू बनाया आ, जिदा एक आर्क हुंदी उदां दे आईब्रो बनाए आ जे। One painting of her was featured in an Indian stamp issued on इन्ने ਇਹ ਕੀ ਹੈ इंडियन stamp ਤੇ भी फोटो है, ठीक है जी, उत्तों तो पढ़ लेना तुसीं। अगला देखो जी, with reference to Mughal India, what is or are the differences between ਜਾਗੀਰਦਾਰ ਤੇ ਜ਼ਮੀਂਦਾਰ, ਇਹਨਾਂ ਵਿੱਚ ਕੀ ਫਰਕ ਆ। ਤੁਹਾਨੂੰ ਥੋੜਾ ਪਤਾ ਹੋਏਗਾ, ਜਿਨ੍ਹਾਂ ਨੂੰ ਸਿੱਧੀਆਂ ਸਿੱਧੀਆਂ ਜ਼ਮੀਨਾਂ ਦੇ ਦਿੱਤੀਆਂ, ਕਾਫੀ ਜ਼ਗੀਰਾਂ ਦੇ ਦਿੱਤੀਆਂ, ਉਹ ਹੋ ਗਏ ਜੀ ਜ਼ਗੀਰਦਾਰ। ਜ਼ਮੀਂਦਾਰ ਹੁੰਦੇ ਜੀ ਇੰਟਰਮੀਡੀਏਟ, ਇਹਨਾਂ ਨੇ ਆਮ ਜਨਤਾ ਕੋਲ ਟੈਕਸ ਕਲੈਕਟ ਕਰਕੇ ਕੁਛ ਹਿਸਾਬ ਰੱਖ ਕੇ ਬਾਕੀ ਸੈਂਟਰ ਗਵਰਨਮੈਂਟ ਨੂੰ ਦੇ ਦੇਣਾ ਹੁੰਦਾ। ਪੜ੍ਹਦੇ ਹਾਂ ਜੀ ਇਸੇ ਨੌਲੇਜ ਦੇ ਬੇਸ ਤੇ। ਜਾਗੀਰਦਾਰਸ ਵਰ ਹੋਲਡਰਸ ਆਫ ਲੈਂਡ ਅਸਾਈਨਮੈਂਟਸ ਇਨ ਲਿeu ਆਫ ਜੁਡੀਸ਼ੀਅਲ ਐਂਡ ਪੁਲਿਸ ਡਿਊਟੀਜ਼। ਦੇਖੋ ਜੀ ਆ ਜਿਹੜੀ ਹੈ ਨਾ ਜੁਡੀਸ਼ੀਅਲ ਤੇ ਪੁਲਿਸ ਡਿਊਟੀਜ਼, ਇਹ ਡਿਊਟੀਆਂ ਜਾਗੀਰਦਾਰ ਨੂੰ ਨਹੀਂ ਸੀ ਦਿੱਤੀਆਂ ਗਈਆਂ। whereas Zamindars were holders of revenue rights without obligation to perform any duty other than revenue collection। नहीं आज जुडिशियल ते पुलिस ड्यूटियां जमींदार दी सीगियां, भी जमींदार भी तू इस एरिए विच एक हिसाब नाल राज करना आ, तू उत्थों दे न्यायिक ते पुलिस वाले काम भी करने आ, टैक्स कलैक्ट करना आ ते कुछ हिस्सा अपने को रखना आ अपने काम काज लई ते बाकी सानू दे देना, इसलिए ये स्टेटमेंट होगी गलत। Land assignments to Jagidars were hereditary and revenue rights to Jamindars were not hereditary। ਇਹ ਕੋਈ ਪੱਕਾ ਨਹੀਂ ਸੀ ਜੀ। ਹੈਰੀਡਿਟਰੀ ਮਤਲਬ ਹੁੰਦਾ ਕਿ ਜਿੱਦਾਂ ਕਿਸੇ ਨੂੰ ਜ਼ਗੀਰਾਂ ਦੇਤੀਆਂ, ਇਹਦਾ ਮਤਲਬ ਇਹ ਜਿਹੜੇ ਰਾਈਟ ਆ ਉਹਦੇ ਪੁੱਤ ਕੋ ਵੀ ਗਏ, ਉਹਦੇ ਪੋਤੇ ਕੋ ਵੀ ਗਏ, ਅਗਲੇ ਉਹਦੇ ਪੁੱਤ ਕੋ ਵੀ ਗਏ, ਇੱਦਾਂ ਦਾ ਚੱਲਦਾ ਰਹਿੰਦਾ ਪੀੜ੍ਹੀ ਦਰ ਪੀੜ੍ਹੀ। ਨਹੀਂ, ਇਸ ਤਰ੍ਹਾਂ ਨਹੀਂ ਸੀ। ਤੁਸੀਂ ਪੜ੍ਹਿਆ ਹੋਊਗਾ, ਵੈਸੇ ਵੀ ਇਹ ਸਟੇਟਮੈਂਟ ਨਾ ਐਕਸਟ੍ਰੀਮ ਸਟੇਟਮੈਂਟ ਹੋ ਜਾਂਦੀ ਆ। ਇਹ ਰਾਈਟ ਹੈਰੀਡਿਟਰੀ ਹੋ ਵੀ ਸਕਦੇ ਸੀ, ਨਹੀਂ ਵੀ ਹੋ ਸਕਦੇ ਸੀ, ਇਸ ਕਰਕੇ ਇਹ ਪੱਕਾ ਕੋਈ ਹੈਰੀਡਿਟਰੀ ਰਾਈਟਸ ਨਹੀਂ ਸੀ। ਕਾਂਡਾ ਮਾਰੋ ਜੀ ਇੱਥੇ। ਕਦੀ ਕਦੀ ਜੇ ਸਰਕਾਰ ਚਾਹਵੇ ਤਾਂ ਸਰਕਾਰ ਉਹਨਾਂ ਕੋ ਵਾਪਸ ਵੀ ਲੈ ਸਕਦੀ ਸੀ ਜ਼ਗੀਰਾਂ, ਕੋਈ ਇੱਦਾਂ ਦੀ ਗੱਲ ਨਹੀਂ ਸੀ। ਤੇ ਕਰੈਕਟ ਆਂਸਰ ਕਿਹੜਾ ਹੋ ਗਿਆ ਜੀ, ਡੀ। ਅੱਗੇ ਦੇਖੋ ਜੀ, ਆ ਦੇਖੋ ਪੜ੍ਹ ਲੈਂਦੇ। ਮੁਗਲ ਸਮਿਆਂ ਦੌਰਾਨ ਜ਼ਮੀਂਦਾਰ ਆਪਣੀਆਂ ਜ਼ਮੀਨਾਂ ਦੇ ਵਿਰਾਸਤੀ ਮਾਲਕ ਸਨ, ਜਿਨ੍ਹਾਂ ਨੂੰ ਵਿਰਾਸਤੀ ਆਧਾਰ ਤੇ ਕੁਝ ਵਿਸ਼ੇਸ਼ ਅਧਿਕਾਰ ਪ੍ਰਾਪਤ ਸਨ। ਠੀਕ ਹੈ ਜੀ, ਹੈਰੀਡਿਟਰੀ ਰਾਈਟ ਸੀਗੇ ਜ਼ਮੀਂਦਾਰਾਂ ਕੋ ਕੁਛ। ਉਹਨਾਂ ਨੂੰ ਸਾਮਰਾਜ ਵਿੱਚ ਇੱਕ ਮਹੱਤਵਪੂਰਨ ਸਥਾਨ ਪ੍ਰਾਪਤ ਸੀ, ਕਿਉਂਕਿ ਉਹਨਾਂ ਨੇ ਮਾਲੀਆ ਇਕੱਠਾ ਕਰਨ ਅਤੇ ਸਥਾਨਕ ਪ੍ਰਸ਼ਾਸਨ ਵਿੱਚ ਮਦਦ ਕੀਤੀ। ਉਹ ਸਿਪਾਹੀਆਂ ਨੂੰ ਵੀ ਤਿਆਰ ਰੱਖਦੇ ਸਨ। ਉਹਨਾਂ ਕੋਲ ਕੁਛ ਨਾ ਹੁੰਦੇ ਸੀ ਵੀ ਤੁਸੀਂ ਸੋਲਜਰ ਮੇਨਟੇਨ ਰੱਖਣੇ ਆ, ਤਾਂ ਕਿ ਲੋੜ ਪੈਣ ਤੇ ਜਦੋਂ ਰਾਜੇ ਨੂੰ ਲੋੜ ਹੋਵੇ ਤਾਂ ਤੁਸੀਂ ਆਪਣੇ ਸਿਪਾਹੀ ਭੇਜਣੇ ਆ ਜੀ। ਰਿਆਸਤਾਂ ਵਿੱਚ ਉਹ ਲੋਕ ਸ਼ਾਮਿਲ ਹੁੰਦੇ ਸਨ ਜਿਨ੍ਹਾਂ ਨੂੰ ਜਾਂ ਤਾਂ ਵੱਡੀਆਂ ਜ਼ਗੀਰਾਂ ਦਿੱਤੀਆਂ ਜਾਂਦੀਆਂ ਸਨ ਜਾਂ ਸੂਬੇਦਾਰ ਨਿਯੁਕਤ ਕੀਤੇ ਜਾਂਦੇ ਸਨ। ਠੀਕ ਹੈ ਜੀ, ਇੰਨੇ ਏਰੀਆ ਵਿੱਚ ਇੱਕ ਜ਼ਗੀਰਦਾਰ। ਓਕੇ, ਅੱਗੇ ਚੱਲਦੇ ਹਾਂ। ਕੰਸੀਡਰ ਦਾ ਫੋਲੋਇੰਗ ਸਟੇਟਮੈਂਟਸ ਇਨ ਦਾ ਰੈਵਨਿਊ ਐਡਮਿਨਿਸਟ੍ਰੇਸ਼ਨ ਆਫ ਦਿੱਲੀ ਸਲਤਨਤ। ਦਿੱਲੀ ਸਲਤਨਤ ਦੀ ਗੱਲ ਹੋ ਰਹੀ ਹੈ। The in charge of revenue collection was known as आमिर। आमिर कौन सी, ਜਿਹੜਾ ਕਿ ਰੈਵਨਿਊ ਕਲੈਕਟ ਕਰਦਾ ਸੀ, ਮਾਲੀਆ ਕਲੈਕਟ ਕਰਦਾ ਸੀ, ਉਹ ਡਿਪਾਰਟਮੈਂਟ ਦਾ ਹੈਡ, ਉਹਨੂੰ ਕਹਿੰਦੇ ਸੀ ਆਮਿਰ। ਸਾਨੂੰ ਨਹੀਂ ਪਤਾ। ਇਕਤਾ ਸਿਸਟਮ ਆਫ ਸੁਲਤਾਨਸ ਆਫ ਦਿੱਲੀ was an ancient indigenous institution। ਇਕਤਾ ਸਿਸਟਮ ਇਹ ਭਾਰਤ ਦਾ ਆਪਣਾ ਪੁਰਾਣਾ ਸਿਸਟਮ ਸੀ। ਨਹੀਂ, ਇਹ ਦਿੱਲੀ ਦੇ ਸੁਲਤਾਨ ਲੈ ਕੇ ਆਏ ਸੀ, ਭਾਰਤ ਦਾ ਆਪਣਾ ਪੁਰਾਣਾ ਨਹੀਂ ਸੀ। ਆਪਾਂ ਕਰੈਕਟ ਚੱਕਣਾ ਆ, ਜਿੱਥੇ ਜਿੱਥੇ ਦੂਜਾ ਉਹ ਚੱਕ ਦੋ। ਪਹਿਲੇ ਤੇ ਤੀਜੇ ਵਿੱਚ ਕੁੰਡੀ ਫਸ ਗਈ। ਤੀਜਾ ਪੜ੍ਹ ਲੈਂਦੇ ਹਾਂ। ਦ ਆਫਿਸ ਆਫ ਮੀਰ ਬਖਸ਼ੀ ਕੇਮ ਇਨਟੂ ਐਗਜ਼ਿਸਟੈਂਸ ਡਿਊਰਿੰਗ ਦਾ ਰੀਨ ਆਫ ਖਲਜੀ ਸੁਲਤਾਨਸ ਆਫ ਦਿੱਲੀ। ਜਦੋਂ ਦਿੱਲੀ ਤੇ ਖਲਜੀ ਸੁਲਤਾਨਾਂ ਦਾ ਰਾਜ ਸੀ, ਉਸ ਵੇਲੇ ਮੀਰ ਬਖਸ਼ੀ ਵਾਲਾ ਆਫਿਸ ਬਣਿਆ। ਹੁਣ ਇਹ ਬੜਾ ਫੈਕਚੁਅਲ ਜਿਹਾ ਪ੍ਰਸ਼ਨ ਹੋ ਗਿਆ, ਸਾਨੂੰ ਇੱਕਦਮ ਯਾਦ ਨਹੀਂ ਹੋਣਾ ਜੀ। ਬੇਸਿਕਲੀ ਇਹ ਮੁਗਲਾਂ ਦੇ ਟਾਈਮ ਬਣਿਆ ਸੀ। ਮੈਂ ਯਾਦ ਕੀਤਾ ਸੀ ਐਮ ਤੋਂ ਮੀਰ ਬਖਸ਼ੀ, ਐਮ ਤੋਂ ਮੁਗਲਸ, ਤਾਂ ਮੀਰ ਬਖਸ਼ੀ ਦਾ ਆਫਿਸ ਜਿਹੜਾ ਆ ਉਹ ਮੁਗਲਾਂ ਦੇ ਸਮੇਂ ਆਇਆ ਸੀ। ਇਸ ਕਰਕੇ ਤੀਜਾ ਹੋ ਗਿਆ ਗਲਤ ਤੇ ਪਹਿਲਾ ਹੋ ਗਿਆ ਸਹੀ। ਠੀਕ ਹੈ ਜੀ, ਆਹ ਗੱਲ ਸਹੀ ਆ। ਰੈਵਨਿਊ ਕਲੈਕਸ਼ਨ ਦਾ ਹੈਡ ਕੌਣ ਹੁੰਦਾ ਸੀ, ਆਮਿਰ। ਇਕਤਾ ਪ੍ਰਣਾਲੀ ਦਾ ਪਹਿਲਾ ਪੜਾਅ 1206 ਵਿੱਚ ਸ਼ੁਰੂ ਹੋਇਆ। ਕੌਣ ਸੀ ਉਸ ਵੇਲੇ, ਦਿੱਲੀ ਸੁਲਤਨਤ ਦਾ ਰਾਜ ਕਰਦੇ ਸੀ ਜੀ। ਸਿਸਟਮ ਦੀ ਸ਼ੁਰੂਆਤ ਵੱਖ-ਵੱਖ ਖੇਤਰਾਂ ਨੂੰ ਇਕਤਾ ਸਿਸਟਮ ਅਸੀਂ ਪੜ੍ਹਿਆ ਕਿ ਆਹ ਵੱਖ-ਵੱਖ ਖੇਤਰਾਂ ਨੂੰ ਇਕਤਾ
ਇੰਨੀ ਏਰੀਆ ਨੂੰ ਦੂਸਰਾ ਇੱਟਾਂ ਵਿੱਚ ਡਿਵਾਈਡ ਕਰ ਦਿੱਤਾ ਜਾਂਦਾ ਸੀ ਪੂਰੀ ਜ਼ਮੀਨ ਨੂੰ। ਖੇਤਰ ਜਾਂ ਇਕਾਈਆਂ ਜਿਨ੍ਹਾਂ ਦਾ ਮਾਲੀਆ ਤਨਖਾਹਾਂ ਦੇ ਬਦਲੇ ਅਧਿਕਾਰੀਆਂ ਨੂੰ ਸੌਂਪਿਆ ਗਿਆ ਸੀ, ਵੀ ਇੱਕ ਬੰਦੇ ਨੂੰ ਇੱਥੇ ਚਾਰਜ ਬਣਾਤਾ ਵੀ ਤੂੰ ਇਸ ਏਰੀਆ ਦਾ ਹੈਡ ਆ, ਤੂੰ ਇਸ ਏਰੀਏ ਤੋਂ ਰੈਵਨਿਊ ਕਲੈਕਟ ਕਰਨਾ ਆ, ਮਾਲੀਆ ਕਲੈਕਟ ਕਰਨਾ ਆ, ਉਹੀ ਤੁਹਾਡੀ ਤਨਖਾਹ ਹੋਏਗੀ। ਠੀਕ ਆ, ਆਪਣੇ ਆਪ ਨੂੰ ਮੇਨਟੇਨ ਕਰੋ ਤੇ ਕੁਛ ਹਿੱਸਾ ਸਾਨੂੰ ਦੇ ਦਿਓ, ਬਾਕੀ ਤੁਸੀਂ ਇਸ ਏਰੀਏ ਵਿੱਚ ਕੀ ਹੈ ਤੁਹਾਨੂੰ ਤਨਖਾਹ ਨਹੀਂ ਲੱਗ ਦਿੱਤੀ ਜਾਵੇਗੀ, ਤੁਸੀਂ ਮਾਲੀਆ ਇਕੱਠਾ ਕਰਨਾ, ਉਹਦੇ ਵਿੱਚੋਂ ਹੀ ਤੁਹਾਨੂੰ ਤਨਖਾਹ ਮਿਲੇਗੀ। ਉਹਨਾਂ ਦੇ ਨਾਲ ਨਾਲ ਮਿਲਟਰੀ ਕਮਾਂਡਰਾਂ ਨੂੰ ਹਨਾ, ਇਹ ਬੇਸਿਕਲੀ ਹੈਡ ਕੌਣ ਸੀ ਇਹਦਾ? ਮਿਲਟਰੀ ਕਮਾਂਡਰ, ਕੋਈ ਨਾ ਕੋਈ ਮਿਲਟਰੀ ਦਾ ਕਮਾਂਡਰ ਇਹਨਾਂ ਦਾ ਹੈਡ ਹੁੰਦਾ ਸੀ, ਜਿਸ ਦੇ ਮਾਲੀਆਂ ਵਿੱਚੋਂ ਉਹ ਆਪਣੇ ਆਪ ਨੂੰ ਅਤੇ ਆਪਣੀਆਂ ਫੌਜਾਂ ਨੂੰ ਕਾਇਮ ਰੱਖ ਸਕਦੇ ਸਨ। ਇੰਨੇ ਏਰੀਏ ਵਿੱਚੋਂ ਉਹਨਾਂ ਨੇ ਮਾਲੀਆ ਕਲੈਕਟ ਕੀਤਾ ਤੇ ਪੂਰਾ ਜੋ ਇਹਨਾਂ ਦਾ ਖਰਚਾ ਪਾਣੀ ਆ, ਫੌਜਾਂ ਦਾ ਖਰਚਾ ਪਾਣੀ ਆ, ਇਸ ਪੂਰੇ ਏਰੀਏ ਦੇ ਰੱਖ ਰਖਾਵ ਦਾ ਖਰਚਾ ਪਾਣੀ ਆ, ਉਹ ਇਹਨਾਂ ਨੇ ਇਸੇ ਰੈਵਨਿਊ ਤੋਂ ਕਰਨਾ ਸੀ। ਇਸ ਲਈ ਇਸ ਦਾ ਅਰਥ ਹੈ ਕਿ ਇੱਕ ਤਾਂ 1206 ਵਿੱਚ ਸ਼ੁਰੂ ਹੋਈ ਸੀ ਅਤੇ ਇਹ ਇੱਕ ਪ੍ਰਾਚੀਨ ਸਵਦੇਸ਼ੀ ਭਾਰਤੀ ਸੰਸਥਾ ਨਹੀਂ ਹੈ। 1206 ਵਿੱਚ ਸ਼ੁਰੂ ਹੋਈ ਮਤਲਬ ਦਿੱਲੀ ਦੇ ਸੁਲਤਾਨਾਂ ਨੇ ਇਸ ਸਿਸਟਮ ਨੂੰ ਸ਼ੁਰੂ ਕੀਤਾ ਸੀ। ਮੁਗਲ ਕੇਂਦਰੀ ਪ੍ਰਸ਼ਾਸਨ ਵਿੱਚ ਮੀਰ ਬਖਸ਼ੀ ਫੌਜੀ ਵਿਭਾਗ ਦਾ ਮੁਖੀ ਸੀ। ਇਹ ਤੁਸੀਂ ਯਾਦ ਕਰ ਲੈਣਾ, ਐਮ ਤੋਂ ਮੁਗਲ, ਐਮ ਤੋਂ ਮੀਰ ਬਖਸ਼ੀ। ਇਹ ਮੀਰ ਬਖਸ਼ੀ ਕਿਹੜੇ ਡਿਪਾਰਟਮੈਂਟ ਦਾ ਹੈਡ ਸੀ? ਆਹ ਵਾਲੇ ਫੌਜੀ ਵਿਭਾਗ ਦਾ। ਇਹ ਇੰਪੋਰਟੈਂਟ ਆ ਚੀਜ਼ਾਂ, ਇਹ ਦੁਬਾਰਾ ਆ ਜਾਂਦੀਆਂ ਆ, ਉਸੇ ਹੀ ਪੁਆਇੰਟ ਤੋਂ UPSC ਦੁਬਾਰਾ ਪ੍ਰਸ਼ਨ ਪੁੱਛ ਲੈਂਦਾ ਹੁੰਦਾ। ਅੱਗੇ ਦੇਖੋ ਜੀ, ਕੰਸੀਡਰ ਦਾ ਫੋਲੋਇੰਗ ਸਟੇਟਮੈਂਟਾਂ ਦਿੱਤੀਆਂ ਆ, ਆਪਾਂ ਚੱਕਣੀਆਂ ਕਰੈਕਟ। ਸੰਤ ਨਿੰਬਰਕਾ ਵਾਸ ਏ ਕੰਟੈਂਪਰੇਰੀ ਆਫ ਅਕਬਰ। ਸਾਨੂੰ ਨਹੀਂ ਪਤਾ, ਹੋ ਵੀ ਸਕਦਾ, ਨਹੀਂ ਵੀ ਹੋ ਸਕਦਾ, ਛੱਡ ਦਿਓ। ਜਦੋਂ ਸਾਨੂੰ ਐਗਜ਼ੈਕਟ ਡੇਟਾ ਨਾ ਪਤਾ ਹੋਵੇ ਉਸ ਵੇਲੇ ਸਟੇਟਮੈਂਟ ਗਲਤ ਹੀ ਹੁੰਦੀ ਆ। ਜਿਸ ਤਰ੍ਹਾਂ ਸਾਨੂੰ ਗੁਰੂ ਨਾਨਕ ਸਾਹਿਬ ਦਾ ਪਤਾ ਸੀ ਕਿ ਉਹਨਾਂ ਨੇ ਬਾਬਰ ਬਾਣੀ ਰਚੀ, ਗੁਰੂ ਨਾਨਕ ਸਾਹਿਬ ਨੂੰ ਕੈਦ ਕੀਤਾ ਸੀ ਬਾਬਰ ਨੇ, ਅਦਰਵਾਈਜ਼ ਬਾਕੀ ਸਟੇਟਮੈਂਟਾਂ ਆਲਮੋਸਟ ਗਲਤ ਹੀ ਹੁੰਦੀਆਂ, ਤੇ ਇਹ ਵੀ ਗਲਤ ਹੈ ਜੀ। ਸੰਤ ਨਿੰਬਰਕ ਤੇ ਅਕਬਰ ਦਾ ਟਾਈਮ ਪੀਰੀਅਡ ਮਿਲਦਾ ਨਹੀਂ। ਸੰਤ ਕਬੀਰ ਵਾਸ ਗ੍ਰੇਟਲੀ ਇਨਫਲੂਐਂਸਡ ਬਾਈ ਸ਼ੇਖ ਅਹਿਮਦ ਸਰਹੰਦੀ। ਹੁਣ ਇਹ ਇੰਟਰਸਟਿੰਗ ਪੁਆਇੰਟ ਆ। ਸ਼ੇਖ ਅਹਿਮਦ ਸਰਹੰਦੀ ਨਕਸ਼ਬੰਦੀ ਸੂਫੀਆਂ ਦੇ ਨਕਸ਼ਬੰਦੀ ਫਿਰਕੇ ਦਾ ਹੈਡ ਸੀਗਾ ਜੀ। ਇਹ ਕੱਟੜ ਸੀ ਤੇ ਕੱਟੜ, ਪਰ ਕਬੀਰ ਸਾਹਿਬ ਕੱਟੜ ਨਹੀਂ ਸੀ, ਇਸ ਕਰਕੇ ਇਹ ਵੀ ਹੈ, ਗਲਤ ਹੋ ਜਾਂਦੀ ਗੱਲ। ਆਨਸਰ ਆ ਜੀ ਡੀ, ਦੋਨੋਂ ਗਲਤ। ਥੋੜਾ ਪੜ੍ਹ ਲੈਂਦੇ ਆ। 13ਵੀਂ ਸਦੀ ਵਿੱਚ ਨਿੰਬਰਕਾ ਅਤੇ ਵੱਲਭਚਾਰੀਆ ਵੀ ਤੇਲੰਗਾਨਾ ਖੇਤਰ ਵਿੱਚ ਵੈਸ਼ਨਵ ਭਗਤੀ ਦੇ ਪ੍ਰਚਾਰਕ ਸਨ। ਆਪ ਤੁਸੀਂ ਯਾਦ ਰੱਖਣਾ, ਨਿੰਬਰਕ ਤੇ ਵੱਲਭਚਾਰੀਆ ਕਿੱਥੇ ਹੋਏ? ਤੇਲੰਗਾਨਾ ਖੇਤਰ। ਕਦੋਂ? 13ਵੀਂ ਸ਼ਤਾਬਦੀ। ਤੇ ਅਕਬਰ ਦਾ ਟਾਈਮ ਤੁਹਾਨੂੰ ਪਤਾ ਆ, 1526 ਚ ਪਾਣੀਪਤ ਦੀ ਲੜਾਈ ਹੋਈ, ਮਤਲਬ 16ਵੀਂ ਸ਼ਤਾਬਦੀ। ਇੱਥੇ 16 ਲਿਖੋ, 16 ਆ। ਅਕਬਰ 16ਵੀਂ ਸਦੀ ਦਾ ਸੀ, ਇਸ ਲਈ ਇਹ ਦੋਨੋਂ ਆਪਸ ਵਿੱਚ ਸਮਕਾਲੀ ਨਹੀਂ ਸੀ। ਨਕਸ਼ਬੰਦੀ ਸਕੂਲ ਸੂਫੀਵਾਦ ਨੂੰ ਕੱਟੜ ਇਸਲਾਮ ਤੱਕ ਲੈ ਗਏ। ਨਕਸ਼ਬੰਦੀ ਸਕੂਲ ਵਾਲੇ ਸੂਫੀ ਸੀ ਨਾ, ਉਹ ਸੂਫੀਵਾਦ ਨੂੰ ਕੀ ਆ, ਕੱਟੜਤਾ ਵੱਲ ਲੈ ਗਏ। ਸ਼ੇਖ ਅਹਿਮਦ ਸਰਹੰਦੀ 16ਵੀਂ-17ਵੀਂ ਸ਼ਤਾਬਦੀ। ਅਕਬਰ ਦੀ ਮੌਤ ਤੋਂ ਬਾਅਦ ਇਸ ਸਕੂਲ ਦੇ ਪ੍ਰਮੁੱਖ ਬੁਲਾਰੇ ਬਣੇ। ਪ੍ਰਮੁੱਖ ਮੇਨ ਬੰਦਾ ਕੌਣ ਸੀ? ਸ਼ੇਖ ਅਹਿਮਦ ਸਰਹੰਦੀ। ਉਸ ਦੀਆਂ ਸਿੱਖਿਆਵਾਂ ਇਸਲਾਮ ਦੇ ਸੁਧਾਰ ਤੱਕ ਸੀਮਿਤ ਨਹੀਂ ਸਨ। ਉਸਨੇ ਹਿੰਦੂਆਂ ਦੇ ਖਿਲਾਫ ਇੱਕ ਧਰਮ ਯੁੱਧ ਦੀ ਵਕਾਲਤ ਕੀਤੀ। ਕਿਸਨੇ? ਸ਼ੇਖ ਅਹਿਮਦ ਸਰਹੰਦੀ ਨੇ। ਇਸ ਲਈ ਇਹ ਸੰਭਾਵਨਾ ਨਹੀਂ ਹੈ ਕਿ ਕਬੀਰ ਅਜਿਹੇ ਕੱਟੜਪੰਥੀ ਤੱਤ ਤੋਂ ਬਹੁਤ ਪ੍ਰਭਾਵਿਤ ਹੋਣਗੇ, ਇਸ ਲਈ ਦੂਜਾ ਵੀ ਕੀ ਆ, ਗਲਤ। ਵਿਦ ਰੈਫਰੈਂਸ ਟੂ ਦਾ ਮੀਆਂ ਤਾਨਸੇਨ ਦੀ ਗੱਲ ਹੋ ਰਹੀ ਜੀ, ਅਕਬਰ ਦੇ ਦਰਬਾਰ ਵਿੱਚ ਸੰਗੀਤਕਾਰ ਤਾਨਸੇਨ। ਵਿਚ ਵਨ ਆਫ ਦਾ ਫੋਲੋਇੰਗ ਸਟੇਟਮੈਂਟ ਇਜ਼ ਨੋਟ ਕਰੈਕਟ। ਆ ਦੇਖੋ, ਨੋਟ ਕਰੈਕਟ ਪੁੱਛਿਆ ਆ, ਪੜ੍ਹ ਲੈਣੇ ਜੀ। ਤਾਨਸੇਨ was the title given to him by Emperor Akbar। ਪਤਾ ਨਹੀਂ ਸਾਨੂੰ ਜੀ। ਤਾਨਸੇਨ composed Drupads on Hindu god and goddesses। ਸੰਗੀਤਕਾਰ ਸੀ, ਇਹ ਕੀਤਾ ਹੀ ਹੋਏਗਾ। ਤਾਨਸੇਨ composed songs on his patrons। Song ਲਿਖੇ, ਠੀਕ ਹੈ ਜੀ, ਰਾਜੇ ਲਈ। ਤਾਨਸੇਨ ਇਨਵੈਂਟਡ ਮੈਨੀ ਰਾਗਸ। ਕਈ ਰਾਗ ਇਨਵੈਂਟ ਕੀਤੇ, ਇਹ ਵੀ ਹੋ ਸਕਦਾ। ਆਹ ਤਿੰਨ ਤਾਂ ਹੈ ਜੀ ਮਿਊਜ਼ਿਕ ਨਾਲ ਸੰਬੰਧਿਤ। ਐਕਚੁਅਲੀ ਤਾਨਸੇਨ ਦਾ ਅਸਲੀ ਨਾਮ ਸੀ ਰਾਮਤਨੂ ਪਾਂਡੇ, ਤਾਂ ਉਸਨੂੰ ਨਾਮ ਦਿੱਤਾ ਤਾਨਸੇਨ ਅਕਬਰ ਨੇ? ਨਹੀਂ, ਇਸ ਤਰ੍ਹਾਂ ਦੀ ਵੀ ਸਟੇਟਮੈਂਟਾਂ ਗਲਤ ਹੁੰਦੀਆਂ। ਜੇ ਉਹ ਅਕਬਰ ਦੇ ਦਰਬਾਰ ਵਿੱਚ ਆ ਤਾਂ ਇਹਦਾ ਮਤਲਬ ਇਹ ਨਹੀਂ ਕਿ ਅਕਬਰ ਨੇ ਹੀ ਉਸਨੂੰ ਇਹ ਟਾਈਟਲ ਦਿੱਤਾ ਹੋਵੇਗਾ। ਅਜਿਹੀਆਂ ਸਟੇਟਮੈਂਟਾਂ ਭੁਲੇਖਾ ਪਾਊ ਹੁੰਦੀਆਂ ਆ,
ਤੇ ਆਂਸਰ ਤੁਹਾਨੂੰ ਜਦੋਂ ਤੱਕ ਐਗਜ਼ੈਕਟ ਨਹੀਂ ਪਤਾ ਉਦੋਂ ਤੱਕ ਕੀ ਆ ਇਹ ਗਲਤ ਆ, ਇਹ ਸਟੇਟਮੈਂਟ ਗਲਤ ਆ ਜੀ। ਤਾਨਸੇਨ ਵਾਸ ਦਾ ਟਾਈਟਲ ਗਿਵਨ ਟੂ ਹਿਮ ਬਾਏ ਰਾਜਾ ਬਿਕਰਮਜੀਤ ਆਫ ਗਵਾਲੀਅਰ। ਗਵਾਲੀਅਰ ਦਾ ਰਾਜਾ ਸੀ ਰਾਜਾ ਬਿਕਰਮਜੀਤ, ਉਸਨੇ ਰਾਮਤਨੂ ਪਾਂਡੇ ਨੂੰ ਨਾਮ ਦਿੱਤਾ ਸੀ ਤਾਨਸੇਨ। ਇੰਪੋਰਟੈਂਟ ਪੁਆਇੰਟ ਹੋ ਗਿਆ। ਅੱਗੇ ਦੇਖੋ, ਹੂ ਅਮੰਗ ਦਾ ਫੋਲੋਇੰਗ ਮੁਗਲ ਐਂਪਰਰਸ ਸ਼ਿਫਟਡ ਐम्बेसीज ਫਰੋਮ ਇਲਸਟ੍ਰੇਟਡ ਮੈਨੂਸਕ੍ਰਿਪਟਸ ਟੂ ਐਲਬਮ ਐਂਡ ਇੰਡੀਵਿਜੂਅਲ ਪੋਰਟਰੇਟ। ਉਹ ਕਿਹੜਾ ਮੁਗਲ ਬਾਦਸ਼ਾਹ ਸੀ ਜਿਨ ਪਹਿਲਾਂ ਦੇਖੋ ਜੀ ਪੇਂਟਿੰਗਾਂ ਹੁੰਦੀਆਂ ਸੀਗੀਆਂ ਕੰਧ ਤੇ ਹਨਾ, ਛੱਤ ਤੇ, ਜਾਂ ਉਸ ਤੋਂ ਬਾਅਦ ਜਦੋਂ ਮੁਗਲਾਂ ਦਾ ਟਾਈਮ ਆਇਆ ਤਾਂ ਇਹ ਕੀ ਸੀਗਾ, ਮੁਗਲ ਤੁਹਾਨੂੰ ਪਤਾ ਕਿ ਮੂਰਤੀ ਪੂਜਾ ਨਹੀਂ ਕਰਦੇ। ਉਹ ਕਹਿੰਦੇ ਵੀ ਤੁਸੀਂ ਨਾ ਸਟਾਈਲ ਬਣਾਉਣੇ ਆ, ਹੱਥ ਲਿਖਤਾਂ ਚੀਜ਼ ਬਣਾਓ, ਹਨਾ, ਹੱਥ ਨਾਲ ਲਿਖੀਆਂ ਹੋਈਆਂ ਚੀਜ਼ਾਂ। ਮਨੂ ਮਤਲਬ ਹੱਥ, ਸਕ੍ਰਿਪਟ ਮਤਲਬ ਹੱਥ ਨਾਲ ਲਿਖਣਾ, ਵੀ ਇਸ ਤਰ੍ਹਾਂ ਲਿਖਾਵਟ ਕਰੋ, ਪਰ ਤੁਸੀਂ ਨਾ ਪੇਂਟਿੰਗ ਨਹੀਂ ਬਣਾ ਸਕਦੇ, ਇਨਸਾਨ ਦਾ ਪਿਕਚਰ ਨਹੀਂ ਬਣਾ ਸਕਦੇ। ਪਰ ਬਾਅਦ ਵਿੱਚ ਇੱਕ ਮੁਗਲ ਬਾਦਸ਼ਾਹ ਦੇ ਦੌਰਾਨ ਇੰਡੀਵਿਜੂਅਲ ਪੋਰਟਰੇਟ ਵੀ ਬਣਾਏ ਜਾਣ ਲੱਗੇ। ਉਹ ਕਿਹੜਾ ਮੁਗਲ ਬਾਦਸ਼ਾਹ ਸੀ? ਇਹ ਪ੍ਰਸ਼ਨ ਦੇਖ ਲਓ, ਦੂਸਰੀ ਵਾਰ ਆ ਗਿਆ ਪੇਂਟਿੰਗ ਉੱਤੇ। ਉਹ ਸੀ ਜੀ ਜਹਾਂਗੀਰ। ਜਹਾਂਗੀਰ ਨੇ ਪੇਂਟਿੰਗ ਨੂੰ ਬਹੁਤ ਸਰਪ੍ਰਸਤੀ ਦਿੱਤੀ। ਉਹ ਖੁਦ ਵੀ ਬਹੁਤ ਵਧੀਆ ਪੇਂਟਰ ਸੀ, ਤਾਂ ਉਸ ਦੀ ਇਹ ਗੱਲ ਸੀਗੀ ਕਿ ਹਾਂ ਵੀ ਇਨਸਾਨ ਦੇ ਪੇਂਟਿੰਗ ਵੀ ਬਣਾ ਲਓ। ਤੇ ਤੁਸੀਂ NCERT ਵਿੱਚ ਦੇਖੋਗੇ ਕਿ ਜਹਾਂਗੀਰ ਦੀਆਂ ਪੇਂਟਿੰਗ ਦੀ ਫੋਟੋ ਵੀ ਹੈ। ਆਂਸਰ ਹੈ ਜੀ ਜਹਾਂਗੀਰ। ਠੀਕ ਹੈ, ਪੇਂਟਿੰਗ ਨੂੰ ਕਾਫੀ ਇਹਨੂੰ ਉਤਸ਼ਾਹਿਤ ਕੀਤਾ, ਬੜਾਵਾ ਦਿੱਤਾ, ਤੇ ਕਹਿੰਦੇ ਕੋਈ ਗੱਲ ਨਹੀਂ, ਮੈਨੂਸਕ੍ਰਿਪਟ ਤੋਂ ਇਲਾਵਾ ਇੰਡੀਵਿਜੂਅਲ ਪੇਂਟਿੰਗ ਵੀ ਬਣਾਓ। ਅੰਡਰ ਅਕਬਰ ਪੇਂਟਿੰਗ ਅਪੀਅਰਸ ਟੂ ਹੈਵ ਬੀਨ ਕਨਫਾਈਨਡ ਓਨਲੀ ਟੂ ਮੈਨੂਸਕ੍ਰਿਪਟ ਇਲਸਟ੍ਰੇਸ਼ਨਸ। ਪਹਿਲਾਂ ਹੱਥ ਲਿਖਤਾਂ ਦੁਆਰਾ ਹੀ ਕੋਈ ਪੇਂਟਿੰਗ ਪੂੰਟਿੰਗ ਬਣਾਈ ਜਾਂਦੀ ਸੀ, ਵੀ ਹਾਂ ਵੀ ਹੱਥ ਲਿਖਤਾਂ, ਵੀ ਵਧੀਆ ਕਿਤਾਬ ਨੂੰ ਨਾ, ਕਿਤਾਬ ਦੀ ਜੋ ਵੀ ਹੈ ਵਰਡਿੰਗ ਉਹ ਲਿਖਣੀ ਆ। ਪੋਰਟਰੇਟ ਹੁੰਦਾ ਜੀ ਇਨਸਾਨ ਦੀ ਫੋਟੋ ਬਣਾਉਣੀ। ਰੀਚਡ ਗ੍ਰੇਟ ਹਾਈਟਸ ਡਿਊਰਿੰਗ ਦਾ ਜਹਾਂਗੀਰਸ ਰੀਨ। ਜਹਾਂਗੀਰ ਦੇ ਰਾਜ ਦੌਰਾਨ ਇੱਕ ਇਨਸਾਨ ਦੀ ਫੋਟੋ ਬਣਾਉਣ ਵਾਲਾ ਜਿਹੜਾ ਹੈ ਨਾ ਟ੍ਰੈਡੀਸ਼ਨ, ਉਹ ਕਾਫੀ ਅੱਗੇ ਵਧਿਆ। The portrait were painted with great care of details and fineness of drawing and modeling। ਠੀਕ ਹੈ ਜੀ, ਆਂਸਰ ਕੀ ਹੋ ਗਿਆ? ਜਹਾਂਗੀਰ। ਅਗਲਾ ਪ੍ਰਸ਼ਨ ਦੇਖੋ ਜੀ, with reference to the history of India consider the following pairs। ਆ ਕੁਛ ਪੇਅਰ ਦਿੱਤੇ ਗਏ ਆ ਜੀ, ਔਰ ਰੰਗ ਕੀ ਹੁੰਦਾ, ਬਨੀਆ ਕੀ ਹੁੰਦਾ, ਮਿਰਾਸੀਦਾਰ ਕੀ ਹੁੰਦਾ। ਆਪਾਂ ਕਰੈਕਟ ਲੱਭਣਾ ਜੀ। ਔਰ ਰੰਗ ਇਨ ਚਾਰਜ ਆਫ ਟ੍ਰੈਜਰੀ ਆਫ ਦਾ ਸਟੇਟ, ਇਹ ਡਿਪਾਰਟਮੈਂਟ ਦੱਸੇ ਗਏ ਆ। ਬਨੀਆ ਇੰਡੀਅਨ ਏਜੰਟ ਆਫ ਈਸਟ ਇੰਡੀਆ ਕੰਪਨੀ ਦਾ ਏਜੰਟ। ਮਿਰਾਸੀਦਾਰ ਡੈਜ਼ਿਗਨੇਟਡ ਰੈਵਨਿਊ ਪੇਅਰ ਆਫ ਦਾ ਟੂ ਦਾ ਸਟੇਟ। ਇਹ ਹੁਣ ਨਾ ਸਾਨੂੰ ਇਹ ਬੇਸਿਕਲੀ ਨਾ ਟਫ ਲੱਗਣੇ ਆ ਇਹ, ਤੇ ਆਪਾਂ ਨਾ ਆਂਸਰ ਹੀ ਪੜ੍ਹ ਲੈਂਦੇ ਆ। ਆਂਸਰ ਵਿੱਚ 2 ਤੇ 3 ਸਹੀ ਆ ਜੀ, ਔਰ ਰੰਗ ਗਲਤ ਆ। ਔਰ ਰੰਗ ਇਨ ਚਾਰਜ ਆਫ ਟ੍ਰੈਜਰ ਆਫ ਦਾ ਸਟੇਟ, ਇਹ ਨਹੀਂ ਸਾਨੂੰ ਪਤਾ। ਆਪਾਂ ਆਂਸਰ ਪੜ੍ਹ ਲੈਂਦੇ ਆ, ਤੁਸੀਂ ਉਹਨੂੰ ਯਾਦ ਕਰ ਲਿਓ, ਦੁਬਾਰਾ ਫਿਰ ਪ੍ਰਸ਼ਨ ਇਹ ਪੁੱਛਿਆ ਜਾ ਸਕਦਾ। ਔਰੰਗ ਹੁੰਦਾ ਜੀ ਪਰਸ਼ੀਅਨ ਟਰਮ ਫॉर ਵੇਅਰ ਹਾਊਸ, ਗੋਦਾਮਾਂ ਨੂੰ ਕਹਿੰਦੇ ਆ ਔਰੰਗ, ਇਸ ਲਈ ਪਹਿਲੀ ਸਟੇਟਮੈਂਟ ਗਲਤ ਹੋ ਗਈ। ਬਨੀਆ ਏਜੰਟ ਆਫ ਈਸਟ ਇੰਡੀਆ ਕੰਪਨੀ, ਟਰਮ ਯੂਜ਼ਡ ਫॉर ਬਨੀਆ ਜਾਂ ਟ੍ਰੇਡਰ। ਈਸਟ ਇੰਡੀਆ ਕੰਪਨੀ ਦੇ ਏਜੰਟ, ਈਸਟ ਇੰਡੀਆ ਕੰਪਨੀ ਦੇ ਟ੍ਰੇਡਰ, ਉਹਨੂੰ ਕਹਿੰਦੇ ਜੀ ਬਨੀਆ। ਠੀਕ ਹੈ ਜੀ, ਇਹ ਸਟੇਟਮੈਂਟ ਸਹੀ ਹੈ। ਮਿਰਾਸੀਦਾਰ ਰੈਵਨਿਊ ਮਾਲੀਆ ਪੇ ਕਰਨ ਵਾਲੇ, ਡੈਜ਼ਿਗਨੇਟਡ ਰੈਵਨਿਊ ਪੇਅਰ ਟੂ ਦਾ ਸਟੇਟ, ਜਿਹੜੇ ਸਟੇਟ ਨੂੰ ਮਾਲੀਆ ਦਿੰਦੇ ਆ ਉਹਨਾਂ ਨੂੰ ਕਹਿੰਦੇ ਜੀ ਮਿਰਾਸੀਦਾਰ। ਇਹ ਵੀ ਗੱਲ ਸਹੀ ਆ। ਮੈਂ ਹੁਣ ਤਾਂ ਮੈਂ ਛੱਡ ਕੇ ਆਉਣਾ ਸੀ ਪ੍ਰਸ਼ਨ, ਪਰ ਤੁਸੀਂ ਹੁਣ ਇਹਨੂੰ ਪੜ੍ਹ ਲੈਣਾ, ਦੁਬਾਰਾ ਫਿਰ ਪੁੱਛਿਆ ਜਾ ਸਕਦਾ। ਠੀਕ ਹੈ ਜੀ, ਅੱਜ ਲਈ ਇੰਨਾ ਹੀ। ਸ਼ੁਕਰੀਆ, ਸਤਿ ਸ਼੍ਰੀ ਅਕਾਲ।